हाँ जी, good morning students. Today we will discuss the measures of skewness. ਸਾਡੀ ਪਹਿਲੀ ਕਲਾਸ ਦੇ ਵਿੱਚ ਅਸੀਂ skewness ਦੀ ਡੈਫੀਨੇਸ਼ਨ, ਟੈਸਟ, ਉਹਦੀਆਂ ਟਾਈਪਸ, ਇਹ ਸਭ ਕੁਝ ਅਸੀਂ ਕੀਤਾ ਸੀ ਡਿਸਕਸ। ਅੱਜ ਅਸੀਂ ਕਰਨ ਜਾ ਰਹੇ ਹਾਂ measures of skewness. ਦੋ ਤਰ੍ਹਾਂ ਦੇ ਮੇਜਰ ਹੁੰਦੇ ਨੇ, ਇੱਕ ਐਬਸੋਲਿਊਟ, ਇੱਕ ਰਿਲੇਟਿਵ। ਐਬਸੋਲਿਊਟ ਮੇਜਰ ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੇ ਐਬਸੋਲਿਊਟ ਮੇਜਰਸ ਨੇ ਉਹਨਾਂ ਦੇ ਨਾਲ ਅਸੀਂ ਕਿਸੇ ਤਰ੍ਹਾਂ ਦਾ ਕੋਈ ਵੀ ਕੰਪੈਰੀਜ਼ਨ, ਡਾਟਾ ਦਾ ਕੰਪੈਰੀਜ਼ਨ ਨਹੀਂ ਕਰ ਸਕਦੇ, ਪਰ ਜਿਹੜੇ ਰਿਲੇਟਿਵ ਮੇਜਰਸ ਹੁੰਦੇ ਨੇ ਉਹਨਾਂ ਦੇ ਨਾਲ ਅਸੀਂ ਕੰਪੈਰੀਜ਼ਨ ਕਰ ਸਕਦੇ ਹਾਂ। ਨਾਓ ਅਸੀਂ ਅੱਜ ਗੱਲ ਕਰਦੇ ਹਾਂ ਐਬਸੋਲਿਊਟ ਮੇਜਰਸ। ਸਕੂਨੈਸ ਕੱਢਣ ਦਾ ਫਾਰਮੂਲਾ ਕੀ ਹੈ? ਮੀਨ ਮਾਈਨਸ ਮੀਡੀਅਨ। ਨੈਕਸਟ ਹੈ ਮੀਨ ਮਾਈਨਸ ਮੋਡ। ਇਹ ਐਬਸੋਲਿਊਟ ਮੇਜਰ ਦੇ ਵਿੱਚ ਹੈ। ਥਰਡ ਹੈ Q3 ਮਾਈਨਸ ਮੀਡੀਅਨ ਐਂਡ ਮੀਡੀਅਨ ਮਾਈਨਸ Q1, ਇਹਨਾਂ ਦੋਨਾਂ ਦਾ ਡਿਫਰੈਂਸ। ਜਾਂ ਅਸੀਂ ਕਹਿ ਸਕਦੇ ਹਾਂ Q3 ਇਜ਼ ਪੋਜ਼ੀਟਿਵ, Q1 ਮਾਈਨਸ ਮਾਈਨਸ ਪਲਸ, Q1 ਇਜ਼ ਪੋਜ਼ੀਟਿਵ, ਇਹ ਦੋਨੋਂ ਮਾਈਨਸ ਦੇ ਨੇ, 2 ਟਾਈਮ ਮੀਡੀਅਮ ਹੋ ਗਿਆ। ਇਹ ਵੀ ਫਾਰਮੂਲਾ ਅਸੀਂ ਕਹਿ ਸਕਦੇ ਹਾਂ ਕਿ ਸਕੂਨੈਸ ਕੱਢਣ ਦਾ ਕੀ ਹੈ? Q3 ਪਲਸ Q1 ਮਾਈਨਸ 2 ਮੀਡੀਅਮ। ਠੀਕ ਹੈ ਜੀ। ਉਸ ਤੋਂ ਬਾਅਦ ਮੈਂ ਤੁਹਾਨੂੰ ਪਹਿਲੇ ਦੱਸ ਚੁੱਕੀ ਹਾਂ ਕਿ ਇਹਨਾਂ ਫਾਰਮੂਲਾਜ਼ ਦੇ ਨਾਲ, ਇਹਨਾਂ ਮੇਜਰਸ ਦੇ ਨਾਲ ਅਸੀਂ ਜਿਹੜਾ ਹੈ ਕਿ ਕੰਪੈਰੀਜ਼ਨ ਡਾਟਾ ਦਾ ਨਹੀਂ ਕਰ ਸਕਦੇ। ਨੈਕਸਟ ਹੈ ਜੀ ਮੇਜਰਸ ਆਫ ਸਕੂਨੈਸ ਬਾਏ ਰਿਲੇਟਿਵ ਮੈਥਡਸ। ਰਿਲੇਟਿਵ ਮੇਜਰਸ ਕਿਹੜੇ ਨੇ? ਨੰਬਰ 1 ਹੈ ਜੀ ਕਾਰਲ ਪੀਅਰਸਨ ਕੋਫੀਸ਼ੀਐਂਟ ਆਫ ਸਕੂਨੈਸ। ਇਹ ਫਸਟ ਮੈਥਡ ਹੈ ਰਿਲੇਟਿਵ ਮੇਜਰ ਕਿ ਅਸੀਂ ਸਕੂਨੈਸ ਦੱਸਣੀ ਹੈ ਕਿਸੇ ਵੀ ਡਾਟਾ ਦੀ ਸਕੂਨੈਸ, ਉਹ ਪੋਜ਼ੀਟਿਵਲੀ ਸਕਿਊਡ ਹੈ, ਨੈਗੇਟਿਵਲੀ ਸਕਿਊਡ ਹੈ ਕਿ ਨੋ ਸਕੂਨੈਸ ਹੈ, ਕਿ ਉਹ ਬੈਲ ਸ਼ੇਪਡ ਹੈ। ਠੀਕ ਹੈ ਜੀ। ਹਾਂਜੀ, ਕਾਰਲ ਪੀਅਰਸਨ ਮਤਲਬ KP, ਕਾਰਲ ਪੀਅਰਸਨ ਮਤਲਬ KP। ਇਹਦਾ ਫਾਰਮੂਲਾ ਕੀ ਹੈ? ਮੀਨ ਮਾਈਨਸ ਮੋਡ ਓਵਰ ਸਟੈਂਡਰਡ ਡੈਵੀਏਸ਼ਨ। ਅਗਰ ਅਸੀਂ ਇਹ ਫਾਰਮੂਲਾ ਲਗਾਉਂਦੇ ਹਾਂ ਤਾਂ ਸਾਡਾ ਕਾਰਲ ਪੀਅਰਸਨ ਕੋਫੀਸ਼ੀਐਂਟ ਆਫ ਸਕੂਨੈਸ ਜਿਹੜਾ ਉਹ ਨਿਕਲ ਆਏਗਾ। ਹੁਣ ਦੇਖੋ, ਸਾਨੂੰ ਪਤਾ ਹੈ ਕਿ ਜਿਹੜਾ ਮੋਡ ਦਾ ਫਾਰਮੂਲਾ ਹੈ, ਮੋਡ ਇਜ਼ ਇਕੁਅਲ ਟੂ 3 ਮੀਡੀਅਨ ਮਾਈਨਸ 2 ਮੀਨ। ਇਹ ਸਾਨੂੰ ਪਹਿਲੇ ਤੋਂ ਪਤਾ। ਅਸੀਂ ਉਹਦੇ ਵਿੱਚ ਪੜ੍ਹਦੇ ਹਾਂ ਉਸ ਚੈਪਟਰ ਵਿੱਚ। ਮੇਰੀ ਕੋਸ਼ਿਸ਼ ਰਹੇਗੀ ਕਿ ਮੈਂ ਜਿਹੜਾ ਸੈਂਟਰਲ ਟੈਂਡੈਂਸੀ ਵਾਲਾ ਚੈਪਟਰ ਹੈ ਉਹ ਵੀ ਦੁਬਾਰਾ ਤੋਂ ਜਿਹੜਾ ਕਰਵਾਵਾਂਗੀ। ਪਹਿਲਾਂ ਮੇਰੇ ਇੱਕ ਚੈਨਲ ਦੇ ਉੱਪਰ ਉਹ ਵਾਲਾ ਚੈਪਟਰ ਮੈਂ ਬੜੀ ਅੱਛੀ ਤਰ੍ਹਾਂ ਕਰਵਾਇਆ ਹੋਇਆ, ਅਤੇ ਹੁਣ ਮੈਂ ਦੁਬਾਰਾ ਇਸ ਚੈਨਲ ਦੇ ਉੱਪਰ ਵੀ ਉਸ ਟੋਪਿਕ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੀ। ਉਹਦੇ ਵਿੱਚ ਆਪਾਂ ਕੀਤਾ ਹੋਇਆ ਕਿ ਮੋਡ ਇਜ਼ ਇਕੁਅਲ ਟੂ 3 ਮੀਡੀਅਨ ਮਾਈਨਸ 2 ਮੀਨ। ਹੁਣ ਦੇਖੋ x ਬਾਰ ਆਪਣੀ ਜਗ੍ਹਾ 'ਤੇ ਰਹੇਗਾ, ਮਾਈਨਸ ਡਾਲ ਕੇ ਅਸੀਂ ਮੋਡ ਦਾ ਜਿਹੜਾ ਫਾਰਮੂਲਾ ਹੈ ਉਹ ਇਹਦੇ ਵਿੱਚ ਪਾ ਦਾਂਗੇ। 3 median minus 2 mean over standard deviation।
ठीक है जी। ਹੁਣ देखो जो असी ब्रैकेट ओपन करांगे -3 मीडियन माइनस माइनस प्लस 2 मीन अपॉन स्टैंडर्ड डेविएशन। ये किहदा फॉर्मूला तुहाडे कोल आ गया, कार्ल पियरसन कोफिशिएंट ऑफ कोरिलेशन 1 + 2 3 मीन -3 मीडियन अपॉन स्टैंडर्ड डेविएशन। ਜਾਂ फिर ਅਸੀਂ 3 ਕੋਮਨ ਕੱਢ ਸਕਦੇ ਹਾਂ, 3 ਅਸੀਂ ਕੋਮਨ ਕੱਢ ਸਕਦੇ ਹਾਂ, एक्स बार माइनस मीडियन अपॉन स्टैंडर्ड डेविएशन। ए 1 + 2 3 हो गया, 3 मीन -3 मीडियन इज इक्वल टू 3 मीन माइनस मीडियन अपॉन स्टैंडर्ड डेविएशन। ये कार्ल पियरसन का तुहाडा जिहड़ा वो फॉर्मूला हो गया। हुण देखो जिहड़ा कार्ल पियरसन कोफिशिएंट जिहड़ा है वो हमेशा लाई करेगा, लाइज बिटवीन -3 to 3 + 3, ठीक है। इन मोस्ट केसेस इट लाइज बिटवीन -1 to 1, ठीक है जी। एक दा केस है बेटा, इफ कार्ल पियरसन इज इक्वल टू 0, स्क्यूनेस ऑफ कार्ल पियरसन कोफिशिएंट ऑफ कार्ल पियरसन स्क्यूनेस ऑफ कोफिशिएंट इन केस ऑफ कार्ल पियरसन जे ਉਹਦੀ वैल्यू ਤੁਹਾਡੇ ਕੋਲ 0 आ ਜਾਂਦੀ है तो ਉਹਦਾ ਕੀ मतलब ਹੋਏਗਾ ਜੇ ਇਹਦੀ वैल्यू ਤੁਹਾਡੇ ਕੋਲ 0 आ गई है। 0 कदों आएगी ਜਦੋਂ ਇਹ ਦੋਨੋਂ वैल्यू सेम ਹੋਣਗੀਆਂ। मीन इज इक्वल मीन माइनस मीडियन ਅਸੀਂ ਕਰਾਂਗੇ तो 0 आएगा, ਤਾਂ ही सारा 0 होएगा। उस केस विच मीन मीडियन ते मोड तीनों इक्वल होंगे। इफ कार्ल पियरसन जो है वो ग्रेटर दैन 0 होएगा तो पॉजिटिवली स्क्यूड, इफ कार्ल पियरसन लैसर दैन 0 होएगा तो नैगेटिवली स्क्यूड, ठीक है जी। नैक्सट है जी फस्ट पार्ट असी कीता सीगा कार्ल पियरसन कोफिशिएंट ऑफ स्क्यूनेस। देखो बेटा मैं एक इहदा शॉर्ट बना दांगी जिहदे विच इहदे नोट्स प्रॉपरली तुसीं स्क्रीनशॉट्स उहदे विच्चों लै सकदे हो, ठीक है। सैकेंड पॉइंट है जी बोरेज BOWLEY Borel's coefficient of skewness। It is also known as पेपर विच तुहानूं लिखिया आ सकता है क्वार्टाइल कोफिशिएंट ऑफ स्क्यूनेस, ठीक है। उहदे च लिखिया आ सकता है फाइंड द कोफिशिएंट ऑफ स्क्यूनेस यूजिंग क्वार्टाइल कोफिशिएंट ऑफ स्क्यूनेस मैथड जगैटिव मैयर, ठीक है जी। हुण देखो SK तुहानूं पता स्क्यूनेस नूं असीं SK दे नाल डिनोट करदे आ। जे मैं इहदे पैर विच B पाता नाल इहदे जिहड़ा सबस्क्रिप्ट विच मैं इहदे B पा दित्ता दैट मीनस वो बोरे हो गया। हुण इहदे च की है Q3 माइनस मीडियन माइनस Q1। देखो यह आपां एब्सोल्यूट मैयर विच भी कीता सी बट रिलेटिव करने वास्ते सानूं सेम चीज़ दे ओपोजिट साइन दे नाल इनू डिवाइड करना पड़ेगा। फॉर्मूला वही है बेटा जो असीं पहलां एब्सोल्यूट मैयर च कीता सी। आई विल शो यू दिस वन Q3 माइनस मीडियन माइनस Q1, ठीक है। बस इहदी जगह ते ओवर दे विच प्लस आ गया, ठीक है जी। हुण इहदा बेटा जे असीं फॉर्मूला तैयार करना होवे तो अपने आप ट्राई करा करो। वैसे तो माइनस मीडियन है, देखो माइनस प्लस Q3 माइनस मीडियन प्लस मीडियन माइनस Q1, मीडियन और मीडियन कैंसल। फॉर्मूला की बन गया साढ़े को Q3 प्लस Q1 पॉजिटिव आ गए, ये 2 नैगेटिव पिछे आ गए तो Q3 माइनस Q1, यह बोरे का फॉर्मूला आ गया।
इट आल्सो लाइज बिटवीन -1 to 1। ठीक है जी। इफ SKB is greater than 0, positively skewed. If SKB is lesser than 0, negatively skewed. And if SKB is equal to 0, no skewness। ठीक है जी। ਇਹ ਤੁਹਾਡਾ ਕੰਪੈਰੀਜ਼ਨ ਕਰਨ ਵਾਸਤੇ ਇਹਦੇ ਨਾਲ ਦੇ ਬੇਟਾ ਕੁਐਸਚਨਸ ਆਉਂਦੇ ਆ ਪੇਪਰ ਦੇ ਵਿੱਚ ਕਿ ਤੁਸੀਂ ਦੱਸੋ ਕਿ ਜਿਹੜੀ ਡਿਸਟ੍ਰੀਬਿਊਸ਼ਨ ਹੈ ਉਹ ਨੈਗੇਟਿਵਲੀ ਸਕਿਊਡ ਹੈ, ਪੋਜ਼ੀਟਿਵਲੀ ਸਕਿਊਡ ਹੈ ਕਿ ਨੋ ਸਕਿਊਨੈਸ। ਇਸ ਤਰ੍ਹਾਂ ਕੁਐਸਚਨ ਉੱਥੇ ਆਉਂਦੇ ਨੇ। थर्ड है जी कैरेज। कोफिशिएंट ऑफ स्क्यूनेस। हूँ तुहाडे कोल स्क्यूनेस का फॉर्मूला है P90 minus P50, P for percentile, minus P50 minus P10। हाँ जी बेटा, अगर तुहानू डिस्पर्शन दे मैथड नहीं आते तो मैनू प्लीज़ कमेंट करके दसो कि मैनू जरूरत है उस चैप्टर नू दियाँ वीडियोज़ बना के पाने दी, या फिर तुहानू पहले तो आंदे है। जिन्ने ज़्यादा मेरे को कमेंट्स होंगे, जिन्ने ज़्यादा सुजैशनस होंगियाँ, उन्नी जल्दी तो जल्दी मैं वीडियो पाने की कोशिश करांगी। ठीक है जी। प्लस P10 -2 टाइम P50। ਇਹਦੀ ਪਹੁੰਚ ਵੀ ਆਉਣਾ ਸੀ ਬੇਟਾ ਸੇਮ ਜਿਵੇਂ ਅਸੀਂ ਪਿੱਛੇ ਕੀਤਾ ਸੀਗਾ। ਸੌਰੀ ਮੈਨੂੰ ਰਹਿ ਗਿਆ ਮੇਰੇ ਕੋਲ। formula skewness for carriers। फोर्थ वन है बेटा कोफिशिएंट ऑफ skewness based on movements। देखो बेटा म्यू आर डैश 1/n समेशन एफ एक्स रेज टू पावर आर FIXI रेज टू पावर आर। ਇਹਦਾ मतलब की है ये हैगा जी आर्थ मूवमेंट। मूवमेंट का वैसे एक ਵੱਖਰਾ कंसैप्ट है जरा होंदा है कि
ਅਸੀਂ ਸਕੂਨੈਸ ਤੇ ਕਰਟੋਸਿਸ किस तरह फाइंड करने होंगे आ ਉਹਦੇ ਲਈ ਜਿਹੜੀਆਂ ਮੂਵਮੈਂਟਸ ਹੈ ਪਰ ਮੈਂ ਤੁਹਾਨੂੰ ਇਹਦੇ ਵਿੱਚ ਹੀ ਕਰਵਾ ਰਹੀ ਹਾਂ। ਹੁਣ ਦੇਖੋ ਜੇ ਅਸੀਂ μ1 ਡੈਸ਼ ਕੱਢਣਾ ਹੈ ਤੇ ਉਹ ਕਿੱਦਾਂ ਨਿਕਲੇਗਾ 1/n ਸਮੇਸ਼ਨ fi xi। μ2 ਡੈਸ਼ ਕੱਢਣਾ ਹੈ 1/n ਸਮੇਸ਼ਨ fi xi ਸਕੁਅਰ। ਇਹ ਵਾਲਾ ਜਿਹੜਾ r ਹੈ ਨਾ ਉਹ ਇਹਦੀ ਪਾਵਰ ਬਣ ਜਾਂਦਾ। μ3 ਡੈਸ਼ 1/n ਸਮੇਸ਼ਨ fi xi रेज़ टू पावर 3। ਇਸੇ ਤਰ੍ਹਾਂ ਸੋ ਉਵੇਂ ਜਾ ਰਹੇ। ਠੀਕ ਹੈ ਜੀ। ਜਿਹੜੀ ਬੇਟਾ ਇਹ ਮੂਵਮੈਂਟ ਨੇ ਇਹ ਅਬਾਊਟ ਓਰੀਜਨ ਦਾ ਮਤਲਬ ਕੀ ਹੈ ਕਿ ਤੁਸੀਂ ਇਹਨਾਂ ਨੂੰ ਓਰੀਜਨ ਦੇ ਵਿੱਚੋਂ ਜਿਹੜੀਆਂ ਡੈਵੀਏਸ਼ਨਸ ਨੇ ਡੈਵੀਏਸ਼ਨਸ ਫਰੋਮ ਓਰੀਜਨ ਡੈਵੀਏਸ਼ਨਸ ਨੂੰ ਤੁਸੀਂ ਓਰੀਜਨ 'ਚੋਂ ਮਾਈਨਸ ਕਰਨਾ 0 'ਚੋਂ ਮਾਈਨਸ ਕਰਨਾ। ਉਸ ਤੋਂ ਬਾਅਦ ਆ ਗਿਆ ਮੂਵਮੈਂਟਸ ਆਫ ਵੇਰੀਏਬਲ। ਮੈਂ ਤੁਹਾਨੂੰ ਬੇਟਾ ਇਹਦੇ ਸਾਰੇ ਸਮਸ ਜਿਹੜੇ ਆ ਸੋਲਵ ਕਰਕੇ ਦਿਖਾਵਾਂਗੀ, ਉਹਦੇ ਨਾਲ ਤੁਹਾਨੂੰ ਜ਼ਿਆਦਾ ਕਲੀਅਰ ਹੋਏਗਾ। ਇੱਕ ਵਾਰ ਮੇਰੀ ਕੋਸ਼ਿਸ਼ ਹੈ ਕਿ ਮੈਂ ਤੁਹਾਨੂੰ ਇਹਦੇ ਫਾਰਮੂਲਾਜ਼ ਲਿਖਵਾ ਦੇਵਾਂ। मूवमेंट्स ऑफ वेरिएबल x अबाउट एनी आर्बीट्रेरी। देखो बेटा साढ़े को मैं तुहानूं इत्थे दस्सण लगी हाँ थोड़ा जिहा कोई भी डाटा तुहाडे कोल पिया होया जदों तुसीं अबाउट x अबाउट एनी आर्बीट्रेरी मतलब x विच्चों a नूं माइनस करदे ना असीं डी फाइंड करन वास्ते कोई भी ए लगाना। आम तौर पर जिहड़े कॉलेजिस विच टीचर्स ने ना ਜਾਂ ਸਕੂਲਸ ਵਿੱਚ ਤੁਸੀਂ 12th ਤੱਕ ਜਦੋਂ ਪੜ੍ਹਦੇ ਹੋ ਮੀਡੀਅਮ ਮੋਡ ਉਹ ਤੁਹਾਨੂੰ ਕਹਾਂਗੇ ਕਿ ਸੈਂਟਰਲ ਵੈਲਿਊਜ਼ ਨੂੰ ਮਾਈਨਸ ਕਰਨਾ। ਆਮ ਤੌਰ 'ਤੇ ਤੁਸੀਂ ਸੁਣਿਆ ਹੋਏਗਾ ਬਟ ਇਸ ਤਰ੍ਹਾਂ ਦਾ ਕੁਛ ਨਹੀਂ ਹੁੰਦਾ। ਐਨੀ ਆਰਬਿਟਰੀ ਏ ਫੋਰ ਅਜ਼ਿਊਮਡ ਮੀਨ ਤੁਸੀਂ ਕਿਸੇ ਵੀ ਏ ਨੂੰ ਇਹਦੇ 'ਚੋਂ ਲੈ ਸਕਦੇ ਹੋ ਐਨੀ ਏ। ਠੀਕ ਹੈ ਜੀ। ਇਹਦਾ ਮਤਲਬ ਇਹ ਹੁੰਦਾ ਕਿ ਮੂਵਮੈਂਟ ਆਫ ਵੇਰੀਏਬਲ ਓਰੀਜਨ ਦਾ ਮਤਲਬ ਸੀ ਕਿ ਤੁਸੀਂ हर टाइम एक्स विचों 0 ਨੂੰ माइनस करना। ठीक है। अच्छा हुण देखो कि ਇਹਦਾ म्यू आर की बनेगा आर्थ मूवमेंट की बनेगी यदि 1/n समेशन fi xi माइनस a रेज़ टू पावर r। ਜਿਹੜਾ ਇਹ वाला r है वो इत्थे चला जाएगी। हूँ μ1 डैश की बनेगा 1/n समेशन fi xi माइनस a दी पावर 1। ठीक है जी। μ2 डैश 1/n समेशन fi xi माइनस a रेज़ टू पावर 2। इस तरह ही सो। ठीक है जी। नेक्स्ट है मूवमेंट्स अबाउट एक्स बार और अरिथमेटिक मीन। म्यू आर मतलब आर्थ मूवमेंट अबाउट मीन 1/n समेशन fi xi माइनस x बार। अरे हुण देखो ए की जगह पर सिर्फ x बार आना बाकी सारा सेम। μ1 1/n समेशन fi xi माइनस x बार रेज़ टू पावर 1। μ2 1/n समेशन fi xi माइनस x बार रेज़ टू पावर 2 सो। ठीक है जी।
ਹੁਣ ਅਸੀਂ μ2 ਕੱਢਣਾ ਹੈ। ਉਹਦਾ ਫਾਰਮੂਲਾ ਹੁੰਦਾ ਹੈ μ2 ਡੈਸ਼ ਮਾਈਨਸ μ1 ਡੈਸ਼ ਦਾ ਹੋਲ ਸਕੁਆਇਰ। ਇਹਨੂੰ ਮੂਵਮੈਂਟਸ ਕਹਿੰਦੇ ਆ, ਸੈਂਟਰਲ ਮੂਵਮੈਂਟਸ। μ3 ਦਾ ਫਾਰਮੂਲਾ ਦੇਖੋ ਬੇਟਾ, ਜਿਹੜੀਆਂ ਇਹ ਮੂਵਮੈਂਟਸ ਆਪਾਂ ਨਿਕਾਲੀਆਂ ਹੁੰਦੀਆਂ ਨੇ, ਇਹਨਾਂ ਤੋਂ ਇਹ ਸੈਂਟਰਲ ਮੂਵਮੈਂਟਸ ਨਿਕਲਦੀਆਂ ਨੇ। ਇਹਨਾਂ ਦੇ ਉੱਪਰ ਡੈਸ਼ ਨਹੀਂ ਹੈਗਾ। μ3 ਡੈਸ਼ ਮਾਈਨਸ 3 μ2 ਡੈਸ਼ μ1 ਡੈਸ਼ ਪਲੱਸ 2 μ1 ਡੈਸ਼ ਦਾ ਹੋਲ ਕਿਊਬ। μ4 ਡੈਸ਼ ਮਾਈਨਸ 4 μ3 ਡੈਸ਼ μ1 ਡੈਸ਼ plus 6 μ2 dash μ1 dash the whole square plus minus 3 μ1 dash power 4। ਇਹਦੇ ਤੁਸੀਂ ਦੇਖ ਰਹੇ ਹੋ, ਇੱਕ ਵਾਰ ਨੈਗੇਟਿਵ ਹੈ, ਨੈਗੇਟਿਵ ਫਿਰ ਪੋਜ਼ਿਟਿਵ, ਨੈਗੇਟਿਵ ਪੋਜ਼ਿਟਿਵ ਨੈਗੇਟਿਵ, ਇਸ ਤਰ੍ਹਾਂ ਲਰਨ ਕਰਨਾ ਇਹਨੂੰ। ਇੱਕ ਵਾਰ ਮਾਈਨਸ ਹੈ, ਇੱਕ ਵਾਰ ਪਲੱਸ ਹੈ। ਇਹ ਵਾਲੀਆਂ ਮੂਵਮੈਂਟਸ ਹੈਗੀਆਂ ਅਬਾਊਟ ਇਹ ਸੈਂਟਰ ਮੂਵਮੈਂਟਸ। ਜੇ ਅਸੀਂ ਅਬਾਊਟ ਮੀਨ ਕੱਢਣੀਆਂ ਹੋਣ, μ2 ਡੈਸ਼ μ2 μ2 is equal to μ1 dash minus μ1 dash whole square μ3 dash μ3 ਸੋ ਬੇਟਾ ਇਸੇ ਦੇ ਨਾਲ ਹੀ ਅਸੀਂ ਅੱਜ ਆਪਣਾ ਜਿਹੜਾ ਲੈਕਚਰ ਹੈ ਇੱਥੇ ਖ਼ਤਮ ਕਰਦੇ ਹਾਂ। ਸੋ ਬੇਟਾ ਇਸੇ ਦੇ ਨਾਲ ਹੀ ਅੱਜ ਅਸੀਂ ਆਪਣਾ ਲੈਕਚਰ ਇੱਥੇ ਖ਼ਤਮ ਕਰਦੇ ਹਾਂ। ਨੈਕਸਟ ਅਸੀਂ ਕਰਟੋਸਿਸ ਵੀ ਪੜ੍ਹਨਾ ਅਤੇ ਨਾਲ ਅਸੀਂ ਨੂਮੈਰੀਕਲ ਕੁਐਸਚਨਸ ਵੀ ਇੱਕ ਦੋ ਕੁਐਸਚਨ ਮੈਂ ਸੋਲਵ ਕਰਕੇ ਨਾਲ ਦੇ ਨਾਲ ਵੀਡੀਓਜ਼ ਜਿਹੜੀਆਂ ਨੇ ਉਹ ਪੋਸਟ ਕਰਾਂਗੀ, ਪਹਿਲੇ SQMS ਦੀਆਂ, ਫਿਰ ਕਰਟੋਸਿਸ ਦੀਆਂ। ਥੈਂਕ ਯੂ।